ਨਵੇਂ ਸਾਲ ਦੇ ਮੌਕੇ ਤੇ ਦਿਲਰੋਜ਼ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਾ ਕੇ ਉਸ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ ਗਈ। ਇੰਨਾ ਹੀ ਨਹੀਂ, ਪਾਠ ਵੀ ਰਖਵਾਏ ਗਏ ਨੇ ਜਿਸ ਦਾ ਭੋਗ 3 ਜਨਵਰੀ ਨੂੰ ਪੈਣਾ ਹੈ। ਬੜੀ ਹੀ ਹੈਰਾਨੀ ਦੀ ਗੱਲ ਹੈ ਕਿ 3 ਜਨਵਰੀ ਨੂੰ ਹੀ ਸਾਰੇ ਮਾਮਲੇ ਤੇ ਕਾਰਵਾਈ ਹੋਣੀ ਹੈ ਤੇ ਉਸੇ ਦਿਨ ਦਿਲਰੋਜ਼ ਦੇ ਪਾਠ ਦੇ ਭੋਗ ਵੀ ਪਾਏ ਜਾ ਰਹੇ ਨੇ। ਦੱਸ ਦਈਏ ਕਿ ਅੰਮ੍ਰਿਤਸਰ ਸਾਹਿਬ ਪਹੁੰਚੇ ਦਿਲਰੋਜ਼ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਜੇਕਰ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਅਸੀਂ ਭੁੱਖ ਹੜਤਾਲ ਤੇ ਬੈਠ ਜਾਵਾਂਗੇ। ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਨੇ ਤੇ 3 ਜਨਵਰੀ ਨੂੰ ਹੀ ਭੋਗ ਪੈਣੇ ਨੇ। ਇਸ ਮੌਕੇ ਤੇ ਉਹਨਾਂ ਦੇ ਵੱਲੋਂ ਉਸ ਨੀਲਮ ਨਾਮ ਦੀ ਗਵਾਂਢਣ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ। ਵੂਮਨ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਵੱਲੋਂ ਜਿਵੇਂ ਕਿ ਦੱਸਿਆ ਗਿਆ ਸੀ ਕਿ 3 ਤਰੀਕ ਤੋਂ ਅਦਾਲਤਾਂ ਦੀ ਕਾਰਵਾਈ ਸ਼ੁਰੂ ਹੋਣੀ ਹੈ ਅਤੇ ਉਸੇ ਦਿਨ ਹੀ ਦਿਲਰੋਜ਼ ਦੇ ਮਾਮਲੇ ਦੇ ਵਿੱਚ ਅਗਲੇਰੀ ਕਾਰਵਾਈ ਵੀ ਕੀਤੀ ਜਾਵੇਗੀ। ਦਰਬਾਰ ਸਾਹਿਬ ਖੜ੍ਹ ਕੇ ਦਿਲਰੋਜ਼ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕੋਈ ਗਲਤੀ ਨਹੀਂ ਕੀਤੀ, ਪਰ ਸਾਨੂੰ ਜਿਹੜੀ ਸਜ਼ਾ ਮਿਲੀ ਹੈ ਉਹ ਬਹੁਤ ਹੀ ਜ਼ਿਆਦਾ ਵੱਡੀ ਹੈ। ਹਾਲਾਂਕਿ ਪੂਰੀ ਦੁਨੀਆ ਉਹਨਾਂ ਦੇ ਨਾਲ ਹੈ ਕਿਉਂਕਿ ਦਿਲਰੋਜ਼ ਦਾ ਮਾਮਲਾ ਨਾ ਸਿਰਫ ਪੰਜਾਬ ਅਤੇ ਇੰਡੀਆ ਦੇ ਵਿੱਚ ਸਗੋਂ ਪੂਰੇ ਦੇਸ਼ ਵਿਦੇਸ਼ਾਂ ਦੇ ਤੱਕ ਇਹ ਸਾਰੀ ਖਬਰ ਫੈਲ ਚੁੱਕੀ ਹੈ। ਵੱਖ-ਵੱਖ ਜਗ੍ਹਾਵਾਂ ਤੋਂ ਲੋਕ ਇਕੱਠੇ ਹੋ ਰਹੇ ਨੇ ਅਤੇ ਦਿਲਰੋਜ਼ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਨੇ। ਦੱਸ ਦਿਓ ਤੁਹਾਨੂੰ ਕਿ ਪਹਿਲਾਂ ਵੀ ਕਿਹਾ ਗਿਆ ਸੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਭੁੱਖ ਹੜਤਾਲ ਕੀਤੀ ਜਾਵੇਗੀ, ਪਰ ਇਸ ਵਾਰ ਹੁਣ ਦਿਲਰੋਜ਼ ਦੇ ਦਾਦਾ ਜੀ ਦੇ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਧਰਨੇ ਪ੍ਰਦਰਸ਼ਨ ਲਗਾਉਣੇ ਪਏ ਤਾਂ ਉਹ ਵੀ ਲਗਾਵਾਂਗੇ ਅਤੇ ਜੇਕਰ ਭੁੱਖ ਹੜਤਾਲ ਕਰਨੀ ਪਈ ਤਾਂ ਭੁੱਖ ਹੜਤਾਲ ਤੇ ਵੀ ਉਹ ਬੈਠ ਜਾਣਗੇ। ਨੀਲਮ ਨਾਮ ਦੀ ਗਵਾਂਢਣ ਨੂੰ ਪੁਲਿਸ ਦੇ ਵੱਲੋਂ ਉਸੇ ਦਿਨ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਜਦੋਂ ਉਸਨੇ ਦਿਲਰੋਜ਼ ਨੂੰ ਖਤਮ ਕੀਤਾ ਸੀ। ਮਹਿਜ਼ 4 ਘੰਟੇ ਦੇ ਦਰਮਿਆਨ ਹੀ ਇਹ ਸਭ ਕੁਝ ਹੋਇਆ ਅਤੇ 28 ਨਵੰਬਰ ਦਾ ਉਹ ਦਿਨ ਸੀ ਜਦੋਂ ਦਿਲਰੋਜ਼ ਆਖਰੀ ਵਾਰ ਆਪਣੇ ਘਰਦਿਆਂ ਦੇ ਨਾਲ ਸੀ। 1 ਮਹੀਨਾ ਹੋਣ ਤੋਂ ਬਾਅਦ ਲੱਗਦਾ ਸੀ ਕਿ ਜਲਦ ਤੋਂ ਜਲਦ ਕਾਰਵਾਈ ਹੋਵੇਗੀ, ਪਰ ਉਸ ਤੋਂ ਬਾਅਦ ਛੁੱਟੀਆਂ ਪੈ ਗਈਆਂ। ਹੁਣ ਅਗਲਾ ਸਾਲ ਸ਼ੁਰੂ ਹੋ ਚੁੱਕਿਆ ਹੈ। ਦੱਸਦੇ ਕਿ ਬੀਤੇ ਪਿਛਲੇ ਸਾਲ ਦੇ ਵਿੱਚ ਦਿਲਰੋਜ਼ ਹੀ ਨਹੀਂ ਸਗੋਂ ਹੋਰ ਵੀ ਕਈ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਗਵਾਇਆ। ਕਈ ਅਜਿਹੇ ਕੇਸ ਵੀ ਦੇਖੇ ਗਏ ਜਿਸ ਦੇ ਵਿੱਚ ਇੱਕ ਮਾਂ ਦੇ ਵੱਲੋਂ ਗੋਇੰਦਵਾਲ ਸਾਹਿਬ ਦੇ ਵਿੱਚ ਆਪਣੀ ਹੀ ਬੱਚੀ ਨੂੰ ਖਤਮ ਕਰ ਦਿੱਤਾ ਗਿਆ। ਭਾਵੇਂ ਅਸੀਂ ਪਿਛਲੇ ਸਾਲ ਹੋਈਆਂ ਵੱਡੀਆਂ ਘਟਨਾਵਾਂ ਦੀ ਗੱਲ ਕਰ ਲਈਏ ਜਿਸ ਦੇ ਵਿੱਚ ਬੱਚਿਆਂ ਨੂੰ ਮਾਪਿਆਂ ਤੋਂ ਦੂਰ ਹੋਣਾ ਪਿਆ। ਲਵਪ੍ਰੀਤ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਬੇਅੰਤ ਕੌਰ ਨੂੰ ਡਿਪੋਰਟ ਹੋਣਾ ਚਾਹੀਦਾ ਹੈ, ਪਰ ਉਹ ਮਾਮਲਾ ਵੀ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਦੇਖਣਾ ਹੋਵੇਗਾ ਕਿ ਉਸ ਪਰਿਵਾਰ ਨੂੰ ਇਨਸਾਫ ਕਦੋਂ ਮਿਲਦਾ ਹੈ। ਹਰਚਰਨ ਦਾ ਯੂਪੀ ਵਾਲਾ ਕੇਸ ਹੋਇਆ ਜਿਸ ਦੇ ਵਿੱਚ ਉਸ ਨੂੰ ਬੇਰਹਿਮੀ ਦੇ ਨਾਲ ਖਤਮ ਕੀਤਾ ਗਿਆ। ਉਸ ਦੇ ਸਾਰੇ ਸਬੂਤਾਂ ਨਾਲ ਛੇੜਛਾੜ ਕੀਤੀ ਗਈ। ਸਾਰੀ ਗੱਲਬਾਤ ਜੋ ਵੀ ਸਾਹਮਣੇ ਆਈ ਉਹ ਝੂਠੀ ਦੱਸੀ ਜਾ ਰਹੀ ਸੀ ਤੇ ਉਹ ਮਾਮਲਾ ਵੀ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ। ਦਿਲਰੋਜ਼ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਨੀਲਮ ਨਾਮ ਦੀ ਗਵਾਂਢਣ ਉਸ ਬੱਚੀ ਨੂੰ ਵਰਗਲਾ ਕੇ ਲੈ ਗਈ, ਝੂਠ ਬੋਲ ਕੇ ਉਸ ਨੂੰ ਲੱਗਿਆ ਸੀ ਕਿ ਉਹਨੂੰ ਕੋਈ ਕਦੇ ਫੜ ਨਹੀਂ ਸਕੇਗਾ, ਪਰ ਸੀਸੀਟੀਵੀ ਫੁਟੇਜ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਪੁਲਿਸ ਦੇ ਵੱਲੋਂ ਸਖਤੀ ਨਾਲ ਕਾਰਵਾਈ ਕਰਨ ਤੋਂ ਬਾਅਦ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਆਉਣ ਵਾਲਾ ਸਮਾਂ ਦਿਲਰੋਜ਼ ਦੇ ਕੇਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਅਹਿਮ ਰਹਿਣ ਵਾਲਾ ਹੈ ਕਿਉਂਕਿ ਕੁਝ ਹੀ ਦਿਨਾਂ ਦੇ ਵਿੱਚ ਉਸ ਨੀਲਮ ਨਾਮ ਦੀ ਗਵਾਂਢਣ ਨੂੰ ਸਜ਼ਾ ਸੁਣਾਈ ਜਾਵੇਗੀ। ਦਿਲਰੋਜ਼ ਦੀਆਂ ਕਈ ਵੀਡੀਓਜ਼ ਅਤੇ ਫੋਟੋਜ਼ ਸਾਹਮਣੇ ਆਈਆਂ ਨੇ ਅਤੇ ਇਹ ਪੋਇਮ ਸੁਣ ਕੇ ਵੀ ਹਰ ਇੱਕ ਦੇ ਹਿਰਦੇ ਵਲੂੰਦਰੇ ਗਏ ਨੇ। ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਨਵੇਂ ਸਾਲ ਤੇ ਦਿਲਰੋਜ਼ ਦੇ ਪਰਿਵਾਰਕ ਮੈਂਬਰ ਦਾਦਾ ਜੀ ਅਤੇ ਪਿਤਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸੀ। ਨਵੇਂ ਸਾਲ ਦੇ ਮੌਕੇ ਤੇ ਦਿਲਰੋਜ਼ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਾ ਕੇ ਉਸ ਦੀ ਆਤਮਿਕ ਸ਼ਾਂਤੀ ਦੇ ਲਈ ਅਰਦਾਸ ਕੀਤੀ ਗਈ। ਇੰਨਾ ਹੀ ਨਹੀਂ, ਪਾਠ ਵੀ ਰਖਵਾਏ ਗਏ ਨੇ ਜਿਸ ਦਾ ਭੋਗ 3 ਜਨਵਰੀ ਨੂੰ ਪੈਣਾ ਹੈ। ਬੜੀ ਹੀ ਹੈਰਾਨੀ ਦੀ ਗੱਲ ਹੈ ਕਿ 3 ਜਨਵਰੀ ਨੂੰ ਹੀ ਸਾਰੇ ਮਾਮਲੇ ਤੇ ਕਾਰਵਾਈ ਹੋਣੀ ਹੈ ਤੇ ਉਸੇ ਦਿਨ ਦਿਲਰੋਜ਼ ਦੇ ਪਾਠ ਦੇ ਭੋਗ ਵੀ ਪਾਏ ਜਾ ਰਹੇ ਨੇ। ਦੱਸ ਦਈਏ ਕਿ ਅੰਮ੍ਰਿਤਸਰ ਸਾਹਿਬ ਪਹੁੰਚੇ ਦਿਲਰੋਜ਼ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਜੇਕਰ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਅਸੀਂ ਭੁੱਖ ਹੜਤਾਲ ਤੇ ਬੈਠ ਜਾਵਾਂਗੇ। ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਨੇ ਤੇ 3 ਜਨਵਰੀ ਨੂੰ ਹੀ ਭੋਗ ਪੈਣੇ ਨੇ। ਇਸ ਮੌਕੇ ਤੇ ਉਹਨਾਂ ਦੇ ਵੱਲੋਂ ਉਸ ਨੀਲਮ ਨਾਮ ਦੀ ਗਵਾਂਢਣ ਦੇ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਗਈ ਹੈ। ਵੂਮਨ ਕਮਿਸ਼ਨ ਦੇ ਚੇਅਰਪਰਸਨ ਮਨੀਸ਼ਾ ਗੁਲਾਟੀ ਦੇ ਵੱਲੋਂ ਜਿਵੇਂ ਕਿ ਦੱਸਿਆ ਗਿਆ ਸੀ ਕਿ 3 ਤਰੀਕ ਤੋਂ ਅਦਾਲਤਾਂ ਦੀ ਕਾਰਵਾਈ ਸ਼ੁਰੂ ਹੋਣੀ ਹੈ
ਅਤੇ ਉਸੇ ਦਿਨ ਹੀ ਦਿਲਰੋਜ਼ ਦੇ ਮਾਮਲੇ ਦੇ ਵਿੱਚ ਅਗਲੇਰੀ ਕਾਰਵਾਈ ਵੀ ਕੀਤੀ ਜਾਵੇਗੀ। ਦਰਬਾਰ ਸਾਹਿਬ ਖੜ੍ਹ ਕੇ ਦਿਲਰੋਜ਼ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕੋਈ ਗਲਤੀ ਨਹੀਂ ਕੀਤੀ, ਪਰ ਸਾਨੂੰ ਜਿਹੜੀ ਸਜ਼ਾ ਮਿਲੀ ਹੈ ਉਹ ਬਹੁਤ ਹੀ ਜ਼ਿਆਦਾ ਵੱਡੀ ਹੈ। ਹਾਲਾਂਕਿ ਪੂਰੀ ਦੁਨੀਆ ਉਹਨਾਂ ਦੇ ਨਾਲ ਹੈ, ਕਿਉਂਕਿ ਦਿਲਰੋਜ਼ ਦਾ ਮਾਮਲਾ ਨਾ ਸਿਰਫ ਪੰਜਾਬ ਅਤੇ ਇੰਡੀਆ ਦੇ ਵਿੱਚ ਸਗੋਂ ਪੂਰੇ ਦੇਸ਼ ਵਿਦੇਸ਼ਾਂ ਦੇ ਤੱਕ ਇਹ ਸਾਰੀ ਖਬਰ ਫੈਲ ਚੁੱਕੀ ਹੈ। ਵੱਖ-ਵੱਖ ਜਗ੍ਹਾਵਾਂ ਤੋਂ ਲੋਕ ਇਕੱਠੇ ਹੋ ਰਹੇ ਨੇ ਅਤੇ ਦਿਲਰੋਜ਼ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਨੇ। ਦੱਸ ਦਿਓ ਤੁਹਾਨੂੰ ਕਿ ਪਹਿਲਾਂ ਵੀ ਕਿਹਾ ਗਿਆ ਸੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਭੁੱਖ ਹੜਤਾਲ ਕੀਤੀ ਜਾਵੇਗੀ, ਪਰ ਇਸ ਵਾਰ ਹੁਣ ਦਿਲਰੋਜ਼ ਦੇ ਦਾਦਾ ਜੀ ਦੇ ਵੱਲੋਂ ਇਹ ਕਿਹਾ ਗਿਆ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਧਰਨੇ ਪ੍ਰਦਰਸ਼ਨ ਲਗਾਉਣੇ ਪਏ ਤਾਂ ਉਹ ਵੀ ਲਗਾਵਾਂਗੇ ਅਤੇ ਜੇਕਰ ਭੁੱਖ ਹੜਤਾਲ ਕਰਨੀ ਪਈ ਤਾਂ ਭੁੱਖ ਹੜਤਾਲ ਤੇ ਵੀ ਉਹ ਬੈਠ ਜਾਣਗੇ। ਨੀਲਮ ਨਾਮ ਦੀ ਗਵਾਂਢਣ ਨੂੰ ਪੁਲਿਸ ਦੇ ਵੱਲੋਂ ਉਸੇ ਦਿਨ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਜਦੋਂ ਉਸਨੇ ਦਿਲਰੋਜ਼ ਨੂੰ ਖਤਮ ਕੀਤਾ ਸੀ। ਮਹਿਜ਼ 4 ਘੰਟੇ ਦੇ ਦਰਮਿਆਨ ਹੀ ਇਹ ਸਭ ਕੁਝ ਹੋਇਆ ਅਤੇ 28 ਨਵੰਬਰ ਦਾ ਉਹ ਦਿਨ ਸੀ ਜਦੋਂ ਦਿਲਰੋਜ਼ ਆਖਰੀ ਵਾਰ ਆਪਣੇ ਘਰਦਿਆਂ ਦੇ ਨਾਲ ਸੀ। 1 ਮਹੀਨਾ ਹੋਣ ਤੋਂ ਬਾਅਦ ਲੱਗਦਾ ਸੀ ਕਿ ਜਲਦ ਤੋਂ ਜਲਦ ਕਾਰਵਾਈ ਹੋਵੇਗੀ, ਪਰ ਉਸ ਤੋਂ ਬਾਅਦ ਛੁੱਟੀਆਂ ਪੈ ਗਈਆਂ। ਹੁਣ ਅਗਲਾ ਸਾਲ ਸ਼ੁਰੂ ਹੋ ਚੁੱਕਿਆ ਹੈ। ਦੱਸਦੇ ਕਿ ਬੀਤੇ ਪਿਛਲੇ ਸਾਲ ਦੇ ਵਿੱਚ ਦਿਲਰੋਜ਼ ਹੀ ਨਹੀਂ ਸਗੋਂ ਹੋਰ ਵੀ ਕਈ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਗਵਾਇਆ। ਕਈ ਅਜਿਹੇ ਕੇਸ ਵੀ ਦੇਖੇ ਗਏ ਜਿਸ ਦੇ ਵਿੱਚ ਇੱਕ ਮਾਂ ਦੇ ਵੱਲੋਂ ਗੋਇੰਦਵਾਲ ਸਾਹਿਬ ਦੇ ਵਿੱਚ ਆਪਣੀ ਹੀ ਬੱਚੀ ਨੂੰ ਖਤਮ ਕਰ ਦਿੱਤਾ ਗਿਆ। ਭਾਵੇਂ ਅਸੀਂ ਪਿਛਲੇ ਸਾਲ ਹੋਈਆਂ ਵੱਡੀਆਂ ਘਟਨਾਵਾਂ ਦੀ ਗੱਲ ਕਰ ਲਈਏ ਜਿਸ ਦੇ ਵਿੱਚ ਬੱਚਿਆਂ ਨੂੰ ਮਾਪਿਆਂ ਤੋਂ ਦੂਰ ਹੋਣਾ ਪਿਆ। ਲਵਪ੍ਰੀਤ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਬੇਅੰਤ ਕੌਰ ਨੂੰ ਡਿਪੋਰਟ ਹੋਣਾ ਚਾਹੀਦਾ ਹੈ, ਪਰ ਉਹ ਮਾਮਲਾ ਵੀ ਜਿਉਂ ਦਾ ਤਿਉਂ ਬਣਿਆ ਹੋਇਆ ਹੈ। ਦੇਖਣਾ ਹੋਵੇਗਾ ਕਿ ਉਸ ਪਰਿਵਾਰ ਨੂੰ ਇਨਸਾਫ ਕਦੋਂ ਮਿਲਦਾ ਹੈ। ਹਰਚਰਨ ਦਾ ਯੂਪੀ ਵਾਲਾ ਕੇਸ ਹੋਇਆ ਜਿਸ ਦੇ ਵਿੱਚ ਉਸ ਨੂੰ ਬੇਰਹਿਮੀ ਦੇ ਨਾਲ ਖਤਮ ਕੀਤਾ ਗਿਆ। ਉਸ ਦੇ ਸਾਰੇ ਸਬੂਤਾਂ ਨਾਲ ਛੇੜਛਾੜ ਕੀਤੀ ਗਈ। ਸਾਰੀ ਗੱਲਬਾਤ ਜੋ ਵੀ ਸਾਹਮਣੇ ਆਈ ਉਹ ਝੂਠੀ ਦੱਸੀ ਜਾ ਰਹੀ ਸੀ ਤੇ ਉਹ ਮਾਮਲਾ ਵੀ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ। ਦਿਲਰੋਜ਼ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਨੀਲਮ ਨਾਮ ਦੀ ਗਵਾਂਢਣ ਉਸ ਬੱਚੀ ਨੂੰ ਵਰਗਲਾ ਕੇ ਲੈ ਗਈ, ਝੂਠ ਬੋਲ ਕੇ ਉਸ ਨੂੰ ਲੱਗਿਆ ਸੀ ਕਿ ਉਹਨੂੰ ਕੋਈ ਕਦੇ ਫੜ ਨਹੀਂ ਸਕੇਗਾ, ਪਰ ਸੀਸੀਟੀਵੀ ਫੁਟੇਜ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਪੁਲਿਸ ਦੇ ਵੱਲੋਂ ਸਖਤੀ ਨਾਲ ਕਾਰਵਾਈ ਕਰਨ ਤੋਂ ਬਾਅਦ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਆਉਣ ਵਾਲਾ ਸਮਾਂ ਦਿਲਰੋਜ਼ ਦੇ ਕੇਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਅਹਿਮ ਰਹਿਣ ਵਾਲਾ ਹੈ, ਕਿਉਂਕਿ ਕੁਝ ਹੀ ਦਿਨਾਂ ਦੇ ਵਿੱਚ ਉਸ ਨੀਲਮ ਨਾਮ ਦੀ ਗਵਾਂਢਣ ਨੂੰ ਸਜ਼ਾ ਸੁਣਾਈ ਜਾਵੇਗੀ। ਦਿਲਰੋਜ਼ ਦੀਆਂ ਕਈ ਵੀਡੀਓਜ਼ ਅਤੇ ਫੋਟੋਜ਼ ਸਾਹਮਣੇ ਆਈਆਂ ਨੇ ਅਤੇ ਇਹ ਪੋਇਮ ਸੁਣ ਕੇ ਵੀ ਹਰ ਇੱਕ ਦੇ ਹਿਰਦੇ ਵਲੂੰਦਰੇ ਗਏ ਨੇ। ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਨਵੇਂ ਸਾਲ ਤੇ ਦਿਲਰੋਜ਼ ਦੇ ਪਰਿਵਾਰਿਕ ਮੈਂਬਰ दादा जी ਅਤੇ पिता जी श्री अमृतसर साहिब पहुंचे सी। ये राजी करना चाहते हैं शादी में समस्या, रूठे प्रेमी प्रेमिका को मनाना, या अगर आप किसी परेशानी में फंसे हैं तो आज ही फोन करें पंडित प्रवीण ज्योतिष जी को। विश्व के नंबर 1 पंडित प्रवीण ज्योतिष जी आपके एक फोन पर ही करेंगे समस्या का समाधान। आज ही संपर्क करें विश्व के नंबर 1 गोल्ड मेडलिस्ट पंडित प्रवीण ज्योतिष जी को और उनके आशीर्वाद से पाएं मनचाही खुशियां। अभी कॉल करने के लिए डायल करें +91 94 600 16 690।